ਸਤਿ ਸ੍ਰੀ ਅਕਾਲ। ਅੱਜ ਦੀ ਗੱਲਬਾਤ ਬਹੁਤ ਖਾਸ ਹੈ। ਕਦੇ ਸੋਚਿਆ ਹੈ ਕਿ ਭਾਰਤੀ ਨਾਗਰਿਕ ਹੋਣ ਦੇ ਨਾਤੇ ਸਾਡੇ ਕੋਲ ਕੁਝ ਅਜਿਹੀਆਂ ਗਾਰੰਟੀਆਂ ਹਨ ਜਿਨ੍ਹਾਂ ਨੂੰ ਸਰਕਾਰ ਵੀ ਸਾਡੇ ਤੋਂ ਖੋਹ ਨਹੀਂ ਸਕਦੀ? ਹਾਂ, ਅੱਜ ਅਸੀਂ ਗੱਲ ਕਰਾਂਗੇ ਇਹਨਾਂ ਮੌਲਿਕ ਅਧਿਕਾਰਾਂ ਦੀ। ਇਹ ਉਹ ਨੀਂਹ ਹੈ ਜਿਸ ਉੱਤੇ ਸਾਡੀ ਆਜ਼ਾਦੀ ਤੇ ਸਾਡਾ ਸਨਮਾਨ ਟਿਕਿਆ ਹੋਇਆ ਹੈ। ਚਲੋ ਇੱਕ ਨਜ਼ਰ ਮਾਰਦੇ ਹਾਂ ਕਿ ਅੱਜ ਅਸੀਂ ਕੀ ਸਮਝਣ ਵਾਲੇ ਹਾਂ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਮੌਲਿਕ ਅਧਿਕਾਰ ਹੁੰਦੇ ਕੀ ਨੇ ਤੇ ਇਹਨਾਂ ਦਾ ਇਤਿਹਾਸਿਕ ਮਹੱਤਵ ਕੀ ਹੈ। ਫਿਰ ਅਸੀਂ ਦੋ ਬਹੁਤ ਜ਼ਰੂਰੀ ਅਧਿਕਾਰਾਂ ਯਾਨੀ ਸਮਾਨਤਾ ਤੇ ਆਜ਼ਾਦੀ ਦੇ ਅਧਿਕਾਰਾਂ ਤੇ ਗੱਲ ਕਰਾਂਗੇ। ਇਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਇਹਨਾਂ ਅਧਿਕਾਰਾਂ ਦੀਆਂ ਖਾਸ ਗੱਲਾਂ ਕੀ ਨੇ ਤੇ ਸਭ ਤੋਂ ਜ਼ਰੂਰੀ, ਜੇਕਰ ਇਹਨਾਂ ਦੀ ਉਲੰਘਣਾ ਹੋਵੇ ਤਾਂ ਇਹਨਾਂ ਨੂੰ ਲਾਗੂ ਕਿਵੇਂ ਕਰਵਾਇਆ ਜਾ ਸਕਦਾ ਹੈ। ਤਾਂ ਆਓ ਸ਼ੁਰੂ ਕਰਦੇ ਹਾਂ। ਸਾਡਾ ਪਹਿਲਾ ਵਿਸ਼ਾ ਹੈ ਮੌਲਿਕ ਅਧਿਕਾਰ। ਇਹਨਾਂ ਨੂੰ ਅਕਸਰ ਭਾਰਤ ਦਾ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਹੈ ਤੇ ਸੱਚਮੁੱਚ ਸਾਡੇ ਲੋਕਤੰਤਰ ਦਾ ਇੱਕ ਮੂਲ ਥੰਮ ਹਨ। ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਇਹ ਮੌਲਿਕ ਅਧਿਕਾਰ ਆਖਰ ਹਨ ਕੀ? ਦੇਖੋ, ਇਹ ਕੋਈ ਆਮ ਕਾਨੂੰਨ ਨਹੀਂ ਹਨ, ਬਿਲਕੁਲ ਨਹੀਂ। ਇਹ ਤਾਂ ਉਹ ਬੁਨਿਆਦੀ ਗਾਰੰਟੀਆਂ ਨੇ ਜਿਹੜੀਆਂ ਸਾਡਾ ਸੰਵਿਧਾਨ ਸਾਨੂੰ ਸਿੱਧਾ ਦਿੰਦਾ ਹੈ ਤਾਂ ਕਿ ਸਰਕਾਰ ਯਾਨੀ ਕਿ ਰਾਜ ਕਦੇ ਵੀ ਆਪਣੀ ਤਾਕਤ ਦੀ ਗਲਤ ਵਰਤੋਂ ਨਾ ਕਰ ਸਕੇ। ਇਹ ਅਧਿਕਾਰ ਸਾਡੇ ਸੰਵਿਧਾਨ ਦੇ ਭਾਗ 3 ਵਿੱਚ ਦਰਜ ਹਨ, ਆਰਟੀਕਲ 12 ਤੋਂ ਲੈ ਕੇ 35 ਤੱਕ। ਅਸਲ ਵਿੱਚ ਇਹ ਉਹ ਬੇਸਿਕ ਮਨੁੱਖੀ ਅਧਿਕਾਰ ਨੇ ਜਿਨ੍ਹਾਂ ਦੀ ਗਾਰੰਟੀ ਹਰ ਨਾਗਰਿਕ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਇੱਕ ਸਨਮਾਨ ਭਰੀ ਜ਼ਿੰਦਗੀ ਜੀ ਸਕੇ। ਤੇ ਇਸੇ ਲਈ ਸੰਵਿਧਾਨ ਦੇ ਇਸ ਹਿੱਸੇ ਨੂੰ, ਭਾਗ 3 ਨੂੰ, ਭਾਰਤ ਦਾ ਮੈਗਨਾ ਕਾਰਟਾ ਕਿਹਾ ਜਾਂਦਾ ਹੈ। ਜਿਵੇਂ ਮੈਗਨਾ ਕਾਰਟਾ 1215 ਵਿੱਚ ਇੰਗਲੈਂਡ ਦੇ ਲੋਕਾਂ ਦੇ ਹੱਕਾਂ ਦਾ ਪਹਿਲਾ ਲਿਖਤੀ ਦਸਤਾਵੇਜ਼ ਸੀ, ਠੀਕ ਉਸੇ ਤਰ੍ਹਾਂ ਸਾਡੇ ਮੌਲਿਕ ਅਧਿਕਾਰ ਅੱਜ ਦੇ ਭਾਰਤੀ ਲੋਕਤੰਤਰ ਦੀ ਬੁਨਿਆਦ ਹਨ। ਕੁੱਲ ਮਿਲਾ ਕੇ ਸਾਡਾ ਸੰਵਿਧਾਨ ਸਾਨੂੰ 6 ਮੌਲਿਕ ਅਧਿਕਾਰ ਦਿੰਦਾ ਹੈ: ਸਮਾਨਤਾ ਦਾ ਅਧਿਕਾਰ ਤੇ ਆਜ਼ਾਦੀ ਦਾ ਅਧਿਕਾਰ, ਜਿਨ੍ਹਾਂ ਬਾਰੇ ਅਸੀਂ ਹੁਣੇ ਵਿਸਥਾਰ ਵਿੱਚ ਗੱਲ ਕਰਾਂਗੇ। ਇਸ ਤੋਂ ਇਲਾਵਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਧਾਰਮਿਕ ਆਜ਼ਾਦੀ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਤੇ ਹਾਂ, ਸਭ ਤੋਂ ਜ਼ਰੂਰੀ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਬਾਕੀ ਸਾਰੇ ਅਧਿਕਾਰ ਲਾਗੂ ਹੋਣ। ਇੱਥੇ ਇੱਕ ਦਿਲਚਸਪ ਗੱਲ ਦੱਸਦਾ ਹਾਂ। ਜਦੋਂ ਸੰਵਿਧਾਨ ਬਣਿਆ ਸੀ ਉਦੋਂ 7 ਮੌਲਿਕ ਅਧਿਕਾਰ ਸਨ, ਜਿਸ ਵਿੱਚ ਸੰਪત્ਤੀ ਦਾ ਅਧਿਕਾਰ ਵੀ ਸ਼ਾਮਿਲ ਸੀ। ਪਰ ਫਿਰ 1978 ਵਿੱਚ 44ਵੀਂ ਸੋਧ ਕਰਕੇ ਇਸ ਨੂੰ ਮੌਲਿਕ ਅਧਿਕਾਰਾਂ ਦੀ ਲਿਸਟ ਵਿੱਚੋਂ ਹਟਾ ਦਿੱਤਾ ਗਿਆ। ਹੁਣ ਇਹ ਸਿਰਫ ਇੱਕ ਕਾਨੂੰਨੀ ਅਧਿਕਾਰ ਹੈ, ਆਰਟੀਕਲ 300A ਦੇ ਤਹਿਤ। ਚਲੋ ਹੁਣ ਪਹਿਲੇ ਅਤੇ ਸਭ ਤੋਂ ਮਹੱਤਵਪੂਰਨ ਥੰਮ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ: ਸਮਾਨਤਾ ਦਾ ਅਧਿਕਾਰ, ਜੋ ਆਰਟੀਕਲ 14 ਤੋਂ ਲੈ ਕੇ 18 ਤੱਕ ਹੈ। ਆਰਟੀਕਲ 14 ਨੂੰ ਸਮਝਣਾ ਬਹੁਤ ਦਿਲਚਸਪ ਹੈ। ਇਹ ਸਮਾਨਤਾ ਦੇ ਦੋ ਪਾਸੇ ਦਿਖਾਉਂਦਾ ਹੈ। ਪਹਿਲਾ ਹੈ ਕਾਨੂੰਨ ਦੇ ਸਾਹਮਣੇ ਸਮਾਨਤਾ। ਇਸ ਦਾ ਮਤਲਬ ਬਹੁਤ ਸਿੱਧਾ ਹੈ ਕਿ ਕਾਨੂੰਨ ਦੀ ਨਜ਼ਰ 'ਚ ਸਾਰੇ ਬਰਾਬਰ ਨੇ, ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ, ਸਭ ਇੱਕ। ਦੂਜੇ ਪਾਸੇ ਹੈ ਕਾਨੂੰਨਾਂ ਦੀ ਬਰਾਬਰ ਸੁਰੱਖਿਆ। ਇਹ ਕਹਿੰਦਾ ਹੈ ਕਿ ਜਿਹੜੇ ਲੋਕ ਇੱਕੋ ਜਿਹੇ ਹਾਲਾਤਾਂ 'ਚ ਨੇ ਉਹਨਾਂ ਨਾਲ ਇੱਕੋ ਜਿਹਾ ਸਲੂਕ ਹੋਣਾ ਚਾਹੀਦਾ ਹੈ। ਤੇ ਇਹੀ ਉਹ ਸਿਧਾਂਤ ਹੈ ਜਿਸ ਦੇ ਤਹਿਤ ਕਮਜ਼ੋਰ ਵਰਗਾਂ ਲਈ ਰਾਖਵੇਂਕਰਨ ਵਰਗੇ ਕਦਮ ਚੁੱਕੇ ਜਾਂਦੇ ਨੇ। ਅੱਗੇ ਆਉਂਦਾ ਹੈ ਆਰਟੀਕਲ 15। ਇਹ ਬਿਲਕੁਲ ਸਾਫ਼ ਕਹਿੰਦਾ ਹੈ ਕਿ ਰਾਜ ਕਿਸੇ ਵੀ ਨਾਗਰਿਕ ਨਾਲ ਧਰਮ, ਨਸਲ, ਜਾਤ, ਲਿੰਗ ਜਾਂ ਜਨਮ ਸਥਾਨ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕਰੇਗਾ। ਪਰ ਹਾਂ, ਇਸ ਵਿੱਚ ਇੱਕ ਅਪਵਾਦ ਹੈ। ਰਾਜ ਔਰਤਾਂ, ਬੱਚਿਆਂ ਅਤੇ ਸਮਾਜਿਕ ਤੌਰ ਤੇ ਪਛੜੇ ਵਰਗਾਂ ਦੀ ਭਲਾਈ ਲਈ ਖਾਸ ਪ੍ਰਬੰਧ ਕਰ ਸਕਦਾ ਹੈ। ਆਰਟੀਕਲ 17 ਸਮਾਜਿਕ ਬਰਾਬਰੀ ਵੱਲ ਇੱਕ ਇਤਿਹਾਸਿਕ ਕਦਮ ਹੈ। ਇਹ ਛੂਤ-ਛਾਤ ਦੀ ਪ੍ਰਥਾ ਨੂੰ ਕਿਸੇ ਵੀ ਰੂਪ ਵਿੱਚ ਪੂਰੀ ਤਰ੍ਹਾਂ ਖਤਮ ਕਰਦਾ ਹੈ। ਇਹ ਇੰਨਾ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ ਕਿ ਜੇ ਕੋਈ ਇਸ ਲਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹ ਚੋਣਾਂ ਵੀ ਨਹੀਂ ਲੜ ਸਕਦਾ। ਤੇ ਸਮਾਨਤਾ ਦੇ ਅਧਿਕਾਰ ਦਾ ਆਖਰੀ ਹਿੱਸਾ ਹੈ ਆਰਟੀਕਲ 18, ਜੋ ਖਿਤਾਬਾਂ ਯਾਨੀ ਟਾਈਟਲਸ ਨੂੰ ਖਤਮ ਕਰਦਾ ਹੈ। ਸਰਕਾਰ ਕਿਸੇ ਨੂੰ ਰਾਜਾ, ਮਹਾਰਾਜਾ ਜਾਂ ਨਵਾਬ ਵਰਗੇ ਖਾਨਦਾਨੀ ਖਿਤਾਬ ਨਹੀਂ ਦੇ ਸਕਦੀ। ਸਿਰਫ ਫੌਜੀ ਅਤੇ ਪੜ੍ਹਾਈ-ਲਿਖਾਈ ਨਾਲ ਜੁੜੀਆਂ ਉਪਾਧੀਆਂ ਨੂੰ ਹੀ ਮਾਨਤਾ ਹੈ ਤਾਂ ਕਿ ਸਮਾਜ ਵਿੱਚ ਸਹੀ ਮਾਇਨਿਆਂ ਵਿੱਚ ਬਰਾਬਰੀ ਬਣੀ ਰਹੇ। ਚਲੋ ਹੁਣ ਅਗਲੇ ਵੱਡੇ ਅਧਿਕਾਰ ਵੱਲ ਵਧਦੇ ਹਾਂ, ਆਜ਼ਾਦੀ ਦਾ ਅਧਿਕਾਰ। ਇਹ ਆਰਟੀਕਲ 19 ਤੋਂ 22 ਤੱਕ ਹੈ ਤੇ ਇਹ ਸਾਡੀ ਨਿੱਜੀ ਆਜ਼ਾਦੀ ਦਾ ਰਖਵਾਲਾ ਹੈ। ਆਰਟੀਕਲ 19 ਇਹ ਸਾਨੂੰ 6 ਬੁਨਿਆਦੀ ਆਜ਼ਾਦੀਆਂ ਦੀ ਗਾਰੰਟੀ ਦਿੰਦਾ ਹੈ ਜੋ ਇੱਕ ਲੋਕਤੰਤਰ ਦੀ ਜਾਨ ਹੁੰਦੀਆਂ ਨੇ, ਜਿਵੇਂ ਕਿ ਬੋਲਣ ਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ, ਸ਼ਾਂਤੀ ਨਾਲ ਇਕੱਠੇ ਹੋਣ ਦੀ, ਸੰਗਠਨ ਬਣਾਉਣ ਦੀ, ਪੂਰੇ ਦੇਸ਼ ਵਿੱਚ ਕਿਤੇ ਵੀ ਘੁੰਮਣ, ਰਹਿਣ ਤੇ ਕੋਈ ਵੀ ਕੰਮ ਧੰਦਾ ਕਰਨ ਦੀ ਆਜ਼ਾਦੀ। ਆਰਟੀਕਲ 20
ਉਹਨਾਂ ਲੋਕਾਂ ਨੂੰ ਸੁਰੱਖਿਆ ਦਿੰਦਾ ਹੈ ਜਿਨ੍ਹਾਂ ਤੇ ਕੋਈ ਦੋਸ਼ ਲੱਗਾ ਹੋਵੇ। ਇਹ 3 ਵੱਡੀਆਂ ਗੱਲਾਂ ਕਹਿੰਦਾ ਹੈ। ਪਹਿਲੀ, ਕਿਸੇ ਨੂੰ ਉਸ ਕੰਮ ਲਈ ਸਜ਼ਾ ਨਹੀਂ ਮਿਲ ਸਕਦੀ ਜੋ ਉਸ ਵੇਲੇ ਗੈਰ ਕਾਨੂੰਨੀ ਨਹੀਂ ਸੀ। ਦੂਜੀ, ਇੱਕੋ ਗੁਨਾਹ ਲਈ ਇੱਕ ਤੋਂ ਵੱਧ ਵਾਰ ਸਜ਼ਾ ਨਹੀਂ ਹੋ ਸਕਦੀ। ਤੇ ਤੀਜੀ, ਕਿਸੇ ਨੂੰ ਵੀ ਆਪਣੇ ਹੀ ਖਿਲਾਫ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਆਰਟੀਕਲ 21 ਨੂੰ ਤਾਂ ਮੌਲਿਕ ਅਧਿਕਾਰਾਂ ਦਾ ਦਿਲ ਕਿਹਾ ਜਾਂਦਾ ਹੈ। ਇਹ ਸਾਡੇ ਜੀਵਨ ਅਤੇ ਨਿੱਜੀ ਆਜ਼ਾਦੀ ਦੀ ਰੱਖਿਆ ਕਰਦਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਵਿੱਚ ਨਿਜਤਾ ਦਾ ਅਧਿਕਾਰ ਯਾਨੀ ਰਾਈਟ ਟੂ ਪ੍ਰਾਈਵੇਸੀ ਵੀ ਸ਼ਾਮਿਲ ਹੈ। ਨਾਲ ਹੀ 86ਵੀਂ ਸੋਧ ਨਾਲ ਇਸ ਵਿੱਚ ਆਰਟੀਕਲ 21A ਜੋੜਾ ਗਿਆ ਜੋ 6 ਤੋਂ 14 ਸਾਲ ਦੇ ਹਰ ਬੱਚੇ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਦੀ ਗਾਰੰਟੀ ਦਿੰਦਾ ਹੈ। ਅੱਛਾ, ਹੁਣ ਜਦੋਂ ਅਸੀਂ ਕੁਝ ਮੁੱਖ ਅਧਿਕਾਰ ਸਮਝ ਲਏ ਨੇ ਤਾਂ ਚਲੋ ਇਹਨਾਂ ਦੀਆਂ ਕੁਝ ਆਮ ਖਾਸੀਅਤਾਂ ਤੇ ਨਜ਼ਰ ਮਾਰਦੇ ਹਾਂ। ਇਹਨਾਂ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਤਾਂ ਇਹ ਅਧਿਕਾਰ ਕੰਮ ਕਿਵੇਂ ਕਰਦੇ ਨੇ? ਦੇਖੋ, ਇਹ ਨਿਆਂਯੋਗ ਹਨ। ਮਤਲਬ ਜੇ ਇਹਨਾਂ ਦੀ ਉਲੰਘਣਾ ਹੋਵੇ ਤਾਂ ਸਿੱਧਾ ਅਦਾਲਤ ਜਾਇਆ ਜਾ ਸਕਦਾ ਹੈ। ਪਰ ਇਹ ਅਸੀਮਿਤ ਨਹੀਂ ਹਨ। ਰਾਜ ਇਹਨਾਂ ਤੇ ਵਾਜਬ ਪਾਬੰਦੀਆਂ ਲਾ ਸਕਦਾ ਹੈ। ਐਮਰਜੈਂਸੀ ਦੌਰਾਨ ਇਹਨਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ, ਪਰ ਆਰਟੀਕਲ 20 ਤੇ 21 ਨੂੰ ਛੱਡ ਕੇ। ਤੇ ਹਾਂ, ਕੁਝ ਅਧਿਕਾਰ ਜਿਵੇਂ ਆਰਟੀਕਲ 19 ਵਾਲੇ ਸਿਰਫ ਭਾਰਤੀ ਨਾਗਰਿਕਾਂ ਲਈ ਹੀ ਹਨ। ਚਲੋ ਹੁਣ ਆਖਰੀ ਅਤੇ ਸਭ ਤੋਂ ਮਹੱਤਵਪੂਰਨ ਹਿੱਸੇ ਤੇ ਆਉਂਦੇ ਹਾਂ। ਜੇਕਰ ਕਿਸੇ ਦੇ ਅਧਿਕਾਰਾਂ ਦੀ ਉਲੰਘਣਾ ਹੋ ਜਾਵੇ ਤਾਂ ਉਹਨਾਂ ਨੂੰ ਲਾਗੂ ਕਿਵੇਂ ਕਰਵਾਇਆ ਜਾ ਸਕਦਾ ਹੈ? ਇਹਨਾਂ ਦੀ ਅਸਲ ਤਾਕਤ ਇੱਥੇ ਹੀ ਹੈ। ਜਿਵੇਂ ਮੈਂ ਪਹਿਲਾਂ ਕਿਹਾ, ਇਹ ਅਧਿਕਾਰ ਨਿਆਂਯੋਗ ਹਨ। ਇਸ ਦਾ ਸਿੱਧਾ-ਸਾਦਾ ਮਤਲਬ ਇਹ ਹੈ ਕਿ ਜੇਕਰ ਸਰਕਾਰ ਜਾਂ ਕੋਈ ਹੋਰ ਤੁਹਾਡੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦਾ ਹੈ ਤਾਂ ਇਨਸਾਫ ਲਈ ਸਿੱਧੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾਇਆ ਜਾ ਸਕਦਾ ਹੈ। ਇਹੀ ਗਾਰੰਟੀ ਇਹਨਾਂ ਨੂੰ ਸਿਰਫ ਕਾਗਜ਼ੀ ਵਾਅਦੇ ਨਹੀਂ ਬਲਕਿ ਇੱਕ ਜਿਉਂਦੀ ਜਾਗਦੀ ਹਕੀਕਤ ਬਣਾਉਂਦੀ ਹੈ। ਅਦਾਲਤਾਂ ਇਹਨਾਂ ਅਧਿਕਾਰਾਂ ਦੀ ਰੱਖਿਆ ਲਈ ਇੱਕ ਖਾਸ ਸ਼ਕਤੀ ਦੀ ਵਰਤੋਂ ਕਰਦੀਆਂ ਹਨ ਜਿਸ ਨੂੰ ਰਿਟ ਕਹਿੰਦੇ ਹਨ। ਇਹ ਇੱਕ ਤਰ੍ਹਾਂ ਦੇ ਕਾਨੂੰਨੀ ਹੁਕਮ ਹੁੰਦੇ ਨੇ। ਆਰਟੀਕਲ 32 ਤਹਿਤ ਸੁਪਰੀਮ ਕੋਰਟ ਤੇ ਆਰਟੀਕਲ 226 ਤਹਿਤ ਹਾਈ ਕੋਰਟਾਂ ਕੋਲ ਇਹ ਸ਼ਕਤੀਸ਼ਾਲੀ ਸਾਧਨ ਹੈ। ਤਾਂ ਪ੍ਰਕਿਰਿਆ ਬਹੁਤ ਸਰਲ ਹੈ। ਪਹਿਲਾ ਕਦਮ, ਕਿਸੇ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੁੰਦੀ ਹੈ। ਦੂਜਾ ਕਦਮ, ਉਹ ਵਿਅਕਤੀ ਸਿੱਧਾ ਅਦਾਲਤ ਦਾ ਦਰਵਾਜ਼ਾ ਖੜਕਾਉਂਦਾ ਹੈ। ਅਤੇ ਤੀਜਾ ਕਦਮ, ਅਦਾਲਤ ਮਾਮਲੇ ਨੂੰ ਦੇਖਦੀ ਹੈ ਅਤੇ ਉਸ ਅਧਿਕਾਰ ਨੂੰ ਮੁੜ ਬਹਾਲ ਕਰਨ ਲਈ ਇੱਕ ਰਿਟ ਜਾਰੀ ਕਰਦੀ ਹੈ। ਤਾਂ ਫਿਰ ਅੱਜ ਦੀ ਸਾਰੀ ਗੱਲਬਾਤ ਦਾ ਸਾਰ ਕੀ ਨਿਕਲਿਆ? 1 ਨੰਬਰ 6। ਹਾਂ, ਭਾਰਤ ਦਾ ਸੰਵਿਧਾਨ ਇਸ ਵੇਲੇ ਸਾਨੂੰ 6 ਬੁਨਿਆਦੀ ਮੌਲਿਕ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ ਜੋ ਸਾਡੇ ਲੋਕਤੰਤਰ ਦੀ ਨੀਂਹ ਹਨ। ਇਨ੍ਹਾਂ ਅਧਿਕਾਰਾਂ ਬਾਰੇ ਜਾਣਨਾ ਬਿਨਾਂ ਸ਼ੱਕ ਪਹਿਲਾ ਕਦਮ ਹੈ। ਪਰ ਅਸਲ ਸਵਾਲ ਇਹ ਹੈ ਕਿ ਅਸੀਂ ਸਭ ਮਿਲ ਕੇ ਇਹ ਕਿਵੇਂ ਯਕੀਨੀ ਬਣਾ ਸਕਦੇ ਹਾਂ ਕਿ ਇਹ ਅਧਿਕਾਰ ਸਾਡੇ ਸਮਾਜ ਵਿੱਚ ਹਰ ਇੱਕ ਇਨਸਾਨ ਤੱਕ ਪਹੁੰਚਣ ਤੇ ਉਹਨਾਂ ਦੀ ਸੁਰੱਖਿਆ ਹੋਵੇ। ਇਸ ਸਵਾਲ ਤੇ ਸੋਚ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ।